8 ਜੂਨ 1984 ਗਿਆਨੀ ਜੈਲ ਸਿੰਘ ਦਾ ਸ਼੍ਰੀ ਦਰਬਾਰ ਸਾਹਿਬ ਦੌਰਾ। ਜਦੋਂ ਖਾੜਕੂ ਸਿੰਘਾਂ ਨੇ ਗਿਆਨੀ ਜੈਲ ਸਿੰਘ ਤੇ ਫਾਇਰਿੰਗ ਕੀਤੀ। 8 ਜੂਨ ਨੂੰ ਗਿਆਨੀ ਜੈਲ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਫੇਰੀ ਪਾਈ। 7 ਜੂਨ ਨੂੰ ਸ਼ਾਮ ਤੱਕ ਫੌਜ ਵੱਲੋਂ ਸਾਰਾ ਕੁਝ ਕਲੀਅਰ ਕਰ ਦਿੱਤਾ ਗਿਆ ਸੀ। 7 ਜੂਨ ਨੂੰ ਹੀ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕੀਤਾ ਗਿਆ। 8 ਜੂਨ ਨੂੰ ਦੁਪਹਿਰ ਤੋਂ ਬਾਅਦ ਗਿਆਨੀ ਜੈਲ ਸਿੰਘ ਸ਼੍ਰੀ ਦਰਬਾਰ ਸਾਹਿਬ ਪਹੁੰਚੇ। ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਨੇ ਗਿਆਨੀ ਜੈਲ ਸਿੰਘ ਨੂੰ ਘੰਟਾ ਘਰ ਵਾਲੀ ਡਿਊਟੀ ਤੋਂ ਰਿਸੀਵ ਕੀਤਾ। ਉਹਨਾਂ ਦੇ ਨਾਲ ਜਰਨਲ ਬਰਾੜ ਤੇ ਜਰਨਲ ਕੇ ਸੁੰਦਰ ਜੀ ਵੀ ਸੀ। ਗਿਆਨੀ ਜੈਲ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਵੱਧਦਾ ਗਿਆ, ਆਲੇ ਦੁਆਲੇ ਦੇ ਹਾਲਾਤ ਦੇਖਦਾ ਗਿਆ ਤੇ ਤਬਾਹੀ ਦਾ ਮੰਜ਼ਰ ਦੇਖਦਾ ਗਿਆ। ਉਸ ਤੋਂ ਬਾਅਦ ਗਿਆਨੀ ਜੈਲ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਸੁਣਿਆ। ਹੋਰ ਕੋਈ ਸੰਗਤ ਨਹੀਂ ਸੀ, ਪਰ ਕੀਰਤਨ ਚੱਲ ਰਿਹਾ ਸੀ। ਗਿਆਨੀ ਜੈਲ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਗਿਆ। ਜਰਨਲ ਬਰਾੜ ਨੇ ਅਕਾਲ ਤਖਤ ਸਾਹਿਬ ਦੇ ਬਾਹਰ ਖਾੜਕੂ ਸਿੰਘਾਂ ਦੇ ਹਥਿਆਰਾਂ ਦੀ ਨੁਮਾਇਸ਼ ਲਗਾਈ ਹੋਈ ਸੀ। ਰਾਸ਼ਟਰਪਤੀ ਦੇ ਨਾਲ ਉਸ ਮੌਕੇ ਤੇ IAS ਅਫਸਰ ਨਿਰਪਿੰਦਰ ਸਿੰਘ ਰਤਨ ਵੀ ਸਨ। ਉਹਨਾਂ ਕਿਹਾ ਕਿ ਇਹ ਹਥਿਆਰ ਤਾਂ 6ਵੇਂ ਪਾਤਸ਼ਾਹ ਦੇ ਨੇ। ਗਿਆਨੀ ਜੈਲ ਸਿੰਘ ਨੇ ਕਿਹਾ ਕਿ ਤੁਹਾਨੂੰ ਪੱਕਾ ਪਤਾ? ਉਹਨਾਂ ਕਿਹਾ ਮੈਂ ਬਚਪਨ ਤੋਂ ਦੇਖਦਾ ਆਇਆ, ਇਹ 6ਵੇਂ ਪਾਤਸ਼ਾਹ ਦੇ ਹਥਿਆਰ ਨੇ ਤੇ ਹਮੇਸ਼ਾ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੁਸ਼ੋਭਿਤ ਹੁੰਦੇ ਨੇ। ਇਸੇ ਸਮੇਂ ਬ੍ਰਹਮ ਬੂਟਾ ਅਖਾੜੇ ਵੱਲੋਂ ਗਿਆਨੀ ਜੈਲ ਸਿੰਘ ਤੇ ਗੋਲੀਆਂ ਚੱਲੀਆਂ। ਇਹ ਗੋਲੀ ਗਿਆਨੀ ਜੈਲ ਸਿੰਘ ਦੇ ਤਾਂ ਨਾ ਲੱਗੀ, ਪਰ ਉਹਨਾਂ ਦਾ ਇੱਕ ਅਫਸਰ KP ਚੌਧਰੀ ਜ਼ਖਮੀ ਹੋ ਗਿਆ ਤੇ ਗਿਆਨੀ ਜੈਲ ਸਿੰਘ ਨੂੰ ਫਟਾਫਟ ਬਾਹਰ ਕੱਢ ਦਿੱਤਾ ਗਿਆ ਤੇ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ। ਇਸ ਫਾਇਰ ਵਾਲੀ ਜਗ੍ਹਾ ਨੂੰ ਸਾਫ਼ ਕਰਨ ਲਈ ਡੋਗਰਿਆਂ ਦੀ ਫੌਜ ਨੂੰ ਭੇਜਿਆ ਗਿਆ। ਜਦੋਂ ਇਹ ਨੇੜੇ ਗਏ ਤਾਂ ਇੱਕਦਮ ਬੁੰਗਿਆਂ ਦੇ ਥੱਲਿਓਂ ਫਾਇਰ ਕੀਤੇ ਗਏ। ਇਹਨਾਂ ਫਾਇਰਾਂ ਦੇ ਨਾਲ 4 ਫੌਜੀ ਜ਼ਖਮੀ ਹੋ ਗਏ। ਖਾੜਕੂ ਸਿੰਘਾਂ ਨੇ ਮੈਡੀਕਲ ਅਫਸਰ ਰਾਮਪਾਲ ਤੇ ਹੋਰ 2 ਨੂੰ ਢੂਕੇ ਅੰਦਰ ਖਿੱਚ ਲਿਆ। ਇਸ ਮੋਰਚੇ ਨੂੰ ਭੰਨਣ ਲਈ ਗ੍ਰਨੇਡ ਸੁੱਟੇ ਗਏ। ਜਦੋਂ ਇਹ ਮੋਰਚਾ ਤਬਾਹ ਕੀਤਾ ਗਿਆ ਤਾਂ ਉਸ ਤੋਂ ਬਾਅਦ ਫੌਜ ਅੰਦਰ ਵੜੀ। 7 ਖਾੜਕੂ ਸਿੰਘਾਂ ਦੇ ਸਰੀਰ ਮਿਲੇ ਤੇ 3 ਫੌਜੀਆਂ ਦੇ ਸਰੀਰ ਮਿਲੇ। ਮਿਲੀ ਜਾਣਕਾਰੀ ਮੁਤਾਬਕ ਇਹ ਆਖਰੀ ਮੋਰਚਾ ਸੀ ਤੇ 8 ਜੂਨ ਦੀ ਰਾਤ ਪੈ ਚੁੱਕੀ ਸੀ। ਸੰਤ ਭਿੰਡਰਾਂ ਵਾਲਿਆਂ ਦਾ ਸੰਸਕਾਰ ਵੀ 8 ਜੂਨ ਨੂੰ ਕੀਤਾ ਗਿਆ। ਮਾਰਕ ਟੱਲੀ ਦੇ ਕਹੇ ਅਨੁਸਾਰ ਮੌਕੇ ਤੇ ਜੋ ਪੁਲਿਸ ਮੌਜੂਦ ਸੀ ਉਹ ਸੰਤਾਂ ਦੀ ਸ਼ਹੀਦੀ ਤੇ ਰੋ ਰਹੀ ਸੀ। ਅਨਕਨਫਰਮਡ ਰਿਪੋਰਟਾਂ ਦੇ ਅਨੁਸਾਰ ਕੁਝ ਨੇ ਸੰਤ ਭਿੰਡਰਾਂ ਵਾਲਿਆਂ ਦੇ ਪੈਰੀ ਹੱਥ ਵੀ ਲਾਏ। ਜਰਨਲ ਸੁਬੇਗ ਸਿੰਘ ਦੇ ਨਾ ਤਾਂ ਸੰਸਕਾਰ ਦੀ ਕੋਈ ਰਿਪੋਰਟ ਮਿਲੀ ਤੇ ਨਾ ਹੀ ਪੋਸਟਮਾਰਟਮ ਦੀ। ਉਹਨਾਂ ਦੇ ਪੁੱਤਰ ਨੇ ਮੰਗ ਕੀਤੀ, ਪਰ ਫੌਜ ਨੇ ਕੁਝ ਨਾ ਦਿੱਤਾ। ਰਿਪੋਰਟਸ ਦੇ ਅਨੁਸਾਰ ਫੌਜ ਨੇ 9 ਨੂੰ ਜਰਨਲ ਸੁਬੇਗ ਸਿੰਘ ਦੀ ਪੋਸਟਮਾਰਟਮ ਰਿਪੋਰਟ ਦੱਸੀ ਤੇ 6 ਨੂੰ ਅਕਾਲ ਚਲਾਣਾ ਦੱਸਿਆ। ਸੰਤਾਂ ਦੀ ਪੋਸਟਮਾਰਟਮ ਰਿਪੋਰਟ 8 ਜੂਨ ਨੂੰ ਪਾਈ ਗਈ ਸੀ। ਇਹ ਕਿਤੇ ਨਹੀਂ ਦੱਸਿਆ ਕਿ ਸੰਤਾਂ ਦਾ ਸੰਸਕਾਰ ਕਿੱਥੇ ਹੋਇਆ ਤੇ ਪੋਸਟਮਾਰਟਮ ਕਿੱਥੇ ਹੋਇਆ। ਇਤਿਹਾਸਕਾਰ ਅਜਮੇਰ ਸਿੰਘ ਦੇ ਦੱਸੇ ਮੁਤਾਬਕ ਸੰਤ ਭਿੰਡਰਾਂ ਵਾਲਿਆਂ ਦੀਆਂ ਅਸਥੀਆਂ ਸ਼੍ਰੀ ਕੀਰਤਪੁਰ ਸਾਹਿਬ ਪਾਈਆਂ ਗਈਆਂ। ਖਾੜਕੂ ਸਿੰਘਾਂ ਤੇ ਫੌਜ ਦੇ ਵਿਚਕਾਰ ਪੂਰੇ 3 ਦਿਨ ਤੇ 4 ਰਾਤਾਂ ਤੱਕ ਇਹ ਲੜਾਈ ਚੱਲਦੀ ਰਹੀ। ਇਸ ਲੜਾਈ ਦੇ ਵਿੱਚ ਸੈਂਕੜੇ ਹੀ ਫੌਜੀ, ਸੈਂਕੜੇ ਹੀ ਖਾੜਕੂ ਸਿੰਘ ਤੇ ਸੈਂਕੜੇ ਹੀ ਸ਼ਰਧਾਲੂ ਸ਼ਹੀਦ ਹੋਏ। ਇਸ ਲੜਾਈ ਤੋਂ ਬਾਅਦ 10 ਜੂਨ ਤੱਕ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ। ਫੌਜ ਦੇ ਕਹੇ ਮੁਤਾਬਕ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੜਾਈ ਦੌਰਾਨ ਅੱਗ ਲੱਗੀ, ਪਰ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਲਾਇਬ੍ਰੇਰੀ ਬਿਲਕੁਲ ਸਹੀ ਸੀ। ਬਾਅਦ ਵਿੱਚ ਬਹਾਨਾ ਬਣਾ ਕੇ ਅੱਗ ਲਗਾਈ ਗਈ। ਬਰਾੜ ਨੇ ਵੀ ਕਦੇ ਲਾਇਬ੍ਰੇਰੀ ਬਾਰੇ ਖੁੱਲ੍ਹ ਕੇ ਕਿਸੇ ਵੀ ਇੰਟਰਵਿਊ ਦੇ ਵਿੱਚ ਜਾਂ ਕਿਸੇ ਕਿਤਾਬ ਦੇ ਵਿੱਚ ਗੱਲ ਨਹੀਂ ਕੀਤੀ। KS ਬਰਾੜ ਨੇ 7 ਜੂਨ 1984 ਦੀ ਕਾਨਫਰੰਸ ਵਿੱਚ ਕਿਹਾ ਸੀ ਕਿ ਅਸੀਂ 1 ਟੈਂਕ ਦੀ ਇਸ ਕਾਰਵਾਈ ਦੇ ਵਿੱਚ ਵਰਤੋਂ ਕੀਤੀ ਹੈ, ਪਰ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ 3 ਟੈਂਕ ਵਰਤੇ ਗਏ। ਇੱਕ ਇੰਟਰਵਿਊ ਦੌਰਾਨ KS ਬਰਾੜ ਨੇ ਮੰਨਿਆ ਸੀ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਤੇ 20 ਗੋਲਿਆਂ ਦੀ ਵਰਤੋਂ ਕੀਤੀ ਹੈ, ਪਰ ਜਨਰਲ ਅਰੋੜਾ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਹਾਲਤ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੀ ਤਾਂ ਉਸ ਮੌਕੇ ਘੱਟੋ ਘੱਟ 80 ਗੋਲੇ ਚੱਲੇ ਹੋਣਗੇ। KS ਬਰਾੜ ਨੇ ਕਿਹਾ ਸੀ ਕਿ ਸਾਡੇ 85 ਬੰਦੇ ਮਰੇ ਨੇ
ਪਰ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਤਕਰੀਬਨ ਸਾਡੇ 700 ਬੰਦੇ ਮਰੇ ਨੇ। ਸਭ ਨੇ ਵੱਖ-ਵੱਖ ਬਿਆਨ ਦਿੱਤੇ, ਪਰ ਸੱਚ ਤਾਂ ਸਮੇਂ ਦੇ ਗਰਭ ਵਿੱਚ ਹੈ। ਕਿੰਨੇ ਫੌਜੀਆਂ ਦੀ ਜਾਨ ਗਈ, ਕਿੰਨੇ ਖਾੜਕੂ ਸਿੰਘਾਂ ਦੀ ਜਾਨ ਗਈ ਤੇ ਕਿੰਨੇ ਸ਼ਰਧਾਲੂਆਂ ਦੀ ਜਾਨ ਗਈ।